सरकार कुछ कह दे असीं किसी सुप्रीम कोर्ट नूं नहीं मनदे सर, ना असीं कमेटी नूं मनीए ना सुप्रीम कोर्ट नूं मनीए। ठीक है ना गल, अंदोलन लम्मा चलना है। सरकार कुछ कह दे असीं किसी सुप्रीम कोर्ट नूं नहीं मनदे सर, ना असीं कमेटी नूं मनीए ना सुप्रीम कोर्ट नूं मनीए। ठीक है ना गल, अंदोलन लम्मा चलना है। भी कोई खड़का दड़का करना है उधर राय करके करांगे। सरदार रुलदा सिंह जी, ਅੱਜ ਫਿਰ ਮੀਟਿੰਗ ਦਾ ਕੋਈ ਸਿੱਟਾ? ਮੀਟਿੰਗ ਤਾਂ ਜੇ ਕਹੀਏ ਬੇਸਿੱਟਾ ਹੀ ਰਹੀ ਹੈ। ਮੀਟਿੰਗ ਚੋਂ ਮੀਟਿੰਗ ਨਿਕਲੀ ਹੈ। ਠੀਕ ਹੈ ਨਾ ਗੱਲ, ਹੋਰ ਕੁਝ ਨਹੀਂ ਨਿਕਲਿਆ। ਪਹਿਲਾਂ ਉਹਨਾਂ ਨੇ ਜਿਵੇਂ ਪਹਿਲਾਂ ਰਿਟਰਨ ਲਾਉਂਦੇ ਨੇ ਉਹੀ ਲਾਇਆ ਗਾ। ਫਿਰ ਇੱਕ ਗੱਲ ਤੇ ਅਸੀਂ ਕਿਹਾ ਸੀ ਵੀ ਚੰਗਾ ਖੇਤੀ ਕਾਨੂੰਨ ਬਣਾ ਲਓ। ਉਹ ਕਹਿੰਦੇ ਖੇਤੀ ਕਾਨੂੰਨ ਬਣਾ ਲੈਂਦੇ ਆ। ਦੂਸਰਾ ਸਾਡਾ ਇਹ ਹੋ ਗਿਆ ਸੀਗਾ ਵੀ ਜਿਹੜਾ 1955 ਦਾ ਇੱਕ ਐਕਟ ਬਣਿਆ ਅਨਾਜ ਕਿੰਨਾ ਰੱਖਣਾ ਕੀ ਕਰਨਾ ਹੈ। ਅਸੀਂ ਕਹਿੰਦੇ ਜਿਹੜੇ ਤੁਸੀਂ ਆਪਦੇ ਮਾੜੇ ਕਾਨੂੰਨ ਉਹ 'ਚ ਪਾਏ ਨੇ ਉਹ ਕੱਢ ਦਿਓ, ਤੁਸੀਂ ਉਹਨਾਂ ਵਿੱਚ ਰੱਖ ਲਓ। ਉਹ ਕਹਿੰਦੇ ਵੀ ਜੇ ਦੋਨਾਂ ਗੱਲਾਂ ਤੇ ਕਰ ਲਈਏ ਕੀ ਧਰਨਾ ਚੱਕ ਲਓਗੇ? ਇਸ ਕਹਿੰਦੇ ਫਿਰ ਅਸੀਂ ਦੋ ਰੱਦ ਕਰਾਉਣੇ ਨਾ, ਧਰਨਾ ਅਸੀਂ ਨਹੀਂ ਚੱਕਾਂਗੇ। ਪਰ ਜਿਹੜਾ ਉਹ ਰੇਲ ਮੰਤਰੀ ਹੈ ਉਹਦਾ ਵਧੀਆ ਸਾਨੂੰ ਪੱਖ ਦੱਸਣ ਲੱਗ ਗਿਆ ਵੀ ਆਹ ਚੰਗਾ ਆਹ ਚੰਗਾ, ਜਿਹੜਾ ਨਵੇਂ ਪਾਏ ਨੇ ਉਹ 'ਚ ਜਦੋਂ ਨਾ ਹਟਿਆ ਸੀ ਭਾਸ਼ਣ ਕਰਦੇ ਬੰਦ, ਇਹ ਵੀ ਤਿੰਨਾਂ ਰੱਦ 'ਚ ਆ ਗਿਆ। ਅਸੀਂ ਉਹਨੂੰ ਬੰਦ ਕਰਤਾ। ਗੱਲ ਆ ਹੋਈ ਹੈ। ਹਾਂ, ਤੇ ਤੁਹਾਨੂੰ ਐਨਆਈਏ ਦੇ ਮੁੱਦੇ ਉੱਤੇ ਕੀ ਗੱਲਬਾਤ ਹੋਈ ਜਾਂਦੀ? ਕਿਹੜੀ ਐਨਆਈਏ ਦੇ ਮੁੱਦੇ ਉੱਤੇ ਜਿਹੜੇ ਨੋਟਿਸ ਭੇਜੇ ਨੇ ਟਰਾਂਸਪੋਰਟਰਾਂ ਨੂੰ? ਹਾਂ, ਉਹ ਅਸੀਂ ਸਾਰਿਆਂ ਦੀ ਗੱਲ ਕਰੀਏ। ਇੱਕ ਤਾਂ ਸਾਨੂੰ ਪੈਸਾ ਆਉਂਦਾ ਬਾਹਰੋਂ, ਜਾਂ ਕੋਈ ਇੱਥੋਂ ਪੈਸਾ ਦੇ ਕੇ ਜਾਂਦਾ, ਜਿਹੜੇ ਸ਼ਹੀਦ ਹੋਏ ਨੇ ਖਾਸ ਕਰਕੇ ਉਹਨਾਂ ਨੂੰ ਵੀ ਕਿ ਉਹਨਾਂ ਨੂੰ ਕਰਤੇ, ਟਰਾਂਸਪੋਰਟ ਨੂੰ ਕਰਤੇ, ਜਾਂ ਕੋਈ ਪੱਤਰਕਾਰ ਉਹਨੂੰ ਨੋਟ ਕੱਢਤੇ, ਜਾਂ ਕੋਈ ਗਾਇਕ ਹੈ ਉਹ ਤੇ ਪਰਚਾ ਦਰਜ ਕਰਤਾ। ਉਹ ਅਸੀਂ ਜ਼ੋਰ ਦੇ ਕੇ ਗੱਲ ਰੱਖੀ ਹੈ ਵੀ ਇਹ ਗੱਲ ਨੂੰ ਤੁਸੀਂ ਬੰਦ ਕਰ ਦਿਓ। ਸ਼ਿਫਾਰਿਸ਼ ਦਵਾਇਆ ਵੀ ਅਸੀਂ ਬੰਦ ਕਰ ਦਾਂਗੇ। ਗਾਹ ਸਰਕਾਰ ਕਰਦੀ ਕੀ ਉਹ ਦੇਖੀ ਜਾਓ। ਇਹ ਹੈ। ਤੇ ਹੁਣ ਤੁਹਾਡੇ ਹੱਥ ਫੜਿਆ ਖੁੰਡਾ ਹਨਾ, ਤੇ ਖੁੰਡੇ ਤੇ ਬੜਾ ਪੰਜਾਬ 'ਚ ਮਸ਼ਹੂਰੀ ਆ ਵੀ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ। ਬਾਪੂ ਦਾ ਖੁੰਡਾ ਕਾਇਮ ਹੈ? ਖੁੰਡਾ ਮੇਰਾ ਤੁਰਨ ਵਾਸਤੇ ਕਾਇਮ ਹੈ, ਕੁੱਟਣ ਵਾਸਤੇ ਕਾਇਮ ਨਹੀਂ ਹੈਗਾ ਕਿਸੇ ਨੂੰ। ਚਲੋ ਜੀ, 26 ਤਰੀਕ ਨੂੰ ਜੇਕਰ ਸਰਕਾਰ ਰੋਕਦੀ ਆ ਮਾਰਚ ਕੱਢਣ ਤੋਂ, ਕੀ ਬੈਰੀਕੇਡਾਂ ਤੋੜਿਆ? ਇਹ ਮੇਰੀ ਇੱਕ ਬੇਨਤੀ ਹੈ। ਸਾਡੀ ਮਤਲਬ ਇਸ ਤੋਂ ਬਾਅਦ ਮੀਟਿੰਗ ਹੈ। ਇੱਕ ਤਾਂ ਕੱਲ ਨੂੰ ਮੀਟਿੰਗ ਹੈ, 2-3 ਮੀਟਿੰਗਾਂ ਸਾਡੀਆਂ ਹੁਣ ਹੋਣਗੀਆਂ। ਉਹ 'ਚ ਕੀ ਤੈਅ ਹੁੰਦਾ ਹੈ, ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦਿੰਦੇ। ਇਸ ਨੂੰ ਮੈਂ ਯਕੀਨ ਦਿਖਾ ਜਾਂਦਾ। ਪਰ ਚਰੂਨੀ ਜੀ ਨੇ ਕਿਹਾ ਸੀਗਾ ਕਿ ਜੇਕਰ ਬੈਰੀਕੇਡ ਨਹੀਂ ਤੋੜਨੇ ਫਿਰ ਟਰੈਕਟਰ ਅਸੀਂ ਕੀ ਧੂਪ ਦੇਣ ਨੂੰ ਮੰਗਾਉਣੇ। ਉਹਦੀ ਇਕੱਲੇ ਦੀ ਰਾਏ ਹੋਊਗੀ। ਉਸ ਜਿਹੜੇ ਸਾਡੀ 40 ਜਥੇਬੰਦੀਆਂ ਮੀਟਿੰਗ 'ਚ ਬਹਿ ਕੇ ਫਿਰ ਉੱਥੇ ਗਏ ਨਾ, ਬਾਹਰ ਤਾਂ ਮੈਂ ਵੀ ਕੁਝ ਕਹਿ ਜੂੰਗਾ, ਪਰ ਜਦੋਂ ਅਸੀਂ 40 ਬਹਿਨੇ ਉੱਥੇ ਕਹਿ ਕੇ ਦਿਖਾਵੇ ਕੋਈ, ਫਿਰ ਉੱਥੇ ਲਿਖਿਆ ਜਾਂਦਾ ਵਾ ਕਹਿੰਦੇ ਵੀ ਕੀ ਫਿਰ ਜਿਵੇਂ ਜਿਹੜੀ ਚੁਣਨੀ ਦੀ ਗੱਲ ਪਾਸ ਹੁੰਦੀ ਕਿ ਨਹੀਂ ਪਾਸ ਹੁੰਦੀ। ਜਿਹੜੀ ਉੱਥੇ ਗੱਲ ਪਾਸ ਹੋਊਗੀ ਉਹ 100% ਹੋਊਗੀ। ਤੇ ਕੱਲਾ ਮਰੂਦੂ ਸਿੰਘ ਕੁਛ ਕਹੇ ਜੇ, ਚਰੂਨੀ ਕੁਛ ਕਹੇ ਜੇ, ਬਲਵੀਰ ਰਾਜੇ ਵਾਲਾ ਕੁਛ ਕਹੇ ਜੇ। ਹੁਣ ਬਲਵੀਰ ਰਾਜੇ ਵਾਲਾ ਮੈਨੂੰ ਪਤਾ ਲੱਗਾ ਪੱਤਰਕਾਰ ਕਹਿੰਦੇ, ਉਹ ਕਹਿੰਦਾ ਵੀ ਰਿੰਗ ਰੋਡ ਤੇ ਮਾਰਚ ਕਰਾਂਗੇ। ਕੋਈ ਤਾਂ ਇਹ ਨਹੀਂ ਹੋਇਆ। ਚਲੋ ਉਹਦੀ ਸੋਚ ਹੈ, ਉਹ ਲੀਡਰ ਸਾਡਾ ਗੱਲ ਰੱਖ ਸਕਦਾ, ਪਰ ਇਹ ਤਾਂ ਕੋਈ ਨਹੀਂ ਹੋਇਆ ਅਸੀਂ ਰਿੰਗ ਰੋਡ ਤੇ ਜਾਵਾਂਗੇ। ਹਜੇ ਤਾਂ ਅਸੀਂ ਦਿੱਲੀ ਪਹੁੰਚਣਾ ਤੇ ਨਹੀਂ, ਸਾਡੀ ਪਹਿਲਾਂ ਨਹੀਂ ਸਕੀਮ ਹੈ ਅਸੀਂ ਮਾਰਚ ਕਰਨਾ, ਪਰੇਡ ਕਰਨੀ ਆ। ਪਰੇਡ ਦਾ ਮਤਲਬ ਸ਼ਾਂਤਮਈ, ਆਹ ਗੱਲ ਹੈਗੀ, ਹੋਰ ਕੀ ਹੈ। ਸੋਸ਼ਲ ਮੀਡੀਆ ਉੱਤੇ ਬੜੇ ਮੈਸੇਜ ਨੇ ਜਿਹੜੇ ਵਾਇਰਲ ਹੋ ਰਹੇ ਨੇ, ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਦਿੱਲੀ ਨੂੰ ਫਤਿਹ ਕੀਤਾ ਜਾਵੇਗਾ ਜਾਂ ਲਾਲ ਕਿਲੇ ਦੇ ਅੰਦਰ ਵੜਿਆ ਜਾਵੇਗਾ, ਝੰਡਾ ਲਹਿਰਾਇਆ ਜਾਵੇਗਾ। ਤਾਂ ਤੁਸੀਂ ਇੱਕ ਵਾਰ ਕਲੀਅਰ ਕਰ ਦਿਓ ਕਿ ਕਿਸਾਨ ਜਥੇਬੰਦੀਆਂ ਨੇ ਕੀ ਪਲਾਨ ਕੀਤਾ ਹੈ। ਤੁਸੀਂ ਮੇਰੀ ਗੱਲ ਨਹੀਂ ਸਮਝੇ। ਮੈਂ ਕਹਿੰਦਾ ਸਾਡਾ, ਮੈਂ ਵੀ ਕੁਝ ਗਲਤ ਗੱਲ ਕਹੀ ਜਾਂ ਇੱਥੇ, ਉਹ ਵੀ ਨਹੀਂ ਪੁੱਗਦੀ। ਜਿਹੜੀਆਂ 40 ਜਥੇਬੰਦੀਆਂ ਮੀਟਿੰਗ ਹੋਊ ਉਹ ਗੱਲ ਪੁੱਗੂ। ਬਾਹਰਲਾ ਕੋਈ ਕੁਛ ਚਾਹੇ ਕਹੀ ਜਾਵਾਂ, ਕਿਲਾ ਢਾ ਦੂੰ ਮੈਂ, ਪਾਰਲੀਮੈਂਟ ਢਾ ਦੂੰ, ਉਹ ਕੱਲਾ ਜਾ ਕੇ ਢਾ ਦੇ, ਜਥੇਬੰਦੀਆਂ ਨਹੀਂ ਢਾਉਂਦੀਆਂ। ਅਗਲੀ ਮੀਟਿੰਗ ਦਾ ਕੋਈ 19 ਤਰੀਕ ਦੀ ਮੀਟਿੰਗ 19 ਤਰੀਕ ਮੀਟਿੰਗ ਚੋਂ ਐਂ ਕਹਿ ਦਿਓ ਯਾਰ, ਮੀਟਿੰਗ ਚੋਂ ਮੀਟਿੰਗ ਨਿਕਲੀ ਹੈ ਬਸ, ਵਾਲਾ ਇੰਨਾ ਕੁਛ ਹੈ, ਹੋਰ ਕੁਛ ਨਹੀਂ ਹੋਇਆ। ਜਿਹੜਾ ਕਰਨਾਲ ਹੰਗਾਮੇ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਹੈ ਕਿਸਾਨ ਵੱਲੋਂ, ਉਹਦੇ ਉੱਤੇ ਜਿਹੜੇ ਖੇਤੀ ਮੰਤਰੀ ਨੇ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਆਪਣੀ? ਕਿਹੜਾ ਮੁੱਦਾ? ਮੈਨੂੰ ਜਿਹੜਾ ਕਰਨਾਲ ਹੰਗਾਮੇ ਦੇ ਵਿੱਚ 900 ਕਿਸਾਨਾਂ ਦੇ ਖਿਲਾਫ ਅੱਛਾ ਜਿਹੜਾ ਹੈਲੀਕਾਪਟਰ ਨੂੰ ਉਤਰਤਾ। ਦੇਖੋ ਮੇਰੀ ਗੱਲ ਸੁਣੋ, ਜੇ ਕੋਈ ਜੱਟ ਦਾ ਗੱਡਾ ਨਾ ਲੰਘਣ ਦੇ ਕੇਸ ਤਾਂ ਬਣ ਜਾਂਦਾ। ਹੁਣ ਤਾਂ ਹੈਲੀਕਾਪਟਰ ਨਹੀਂ ਲੰਘਣ ਦਿੱਤਾ, ਭਲਾ ਕੁਝ ਬਣੂਗਾ? ਨਹੀਂ ਬਣਨੇ ਹੁੰਦਾਗਾ। ਇਹ ਮੈਂ ਇਸ ਗੱਲ ਤੇ ਮੈਂ ਬਾਲਾ ਕੇਸਾਂ ਕੁਸਾਂ ਦਿੱਤਾ ਹੋ ਚਲੀਆਂ ਨਾ, ਸਾਡੀ ਲੜਾਈ ਕੇਸਾਂ ਕੰਨੀ ਵਗ ਜਾਂਦੀ ਹੈ। ਸਭ ਪਰ ਸਾਨੂੰ ਗੱਲ ਠਾਉਣੀ ਪੈਂਦੀ ਹੈ। ਪਹਿਲਾਂ ਵੀ ਅਸੀਂ ਦੇਖਦੇ ਹਾਂ, ਨਾਅਰੇ ਲਾਉਂਦੇ ਹਾਂ, ਮੁਜ਼ਾਹਰੇ ਕਰਦੇ ਹਾਂ, ਸਾਡੇ ਦੇ ਪਰਚੇ ਦਰਜ ਹੁੰਦੇ। ਜਿਹੜੀ ਅਸੀਂ ਮੰਗ ਤੋਂ ਮੰਗ ਅਸੀਂ ਭੁੱਲ ਜਾਂਦੇ ਹਾਂ। ਮੈਂ ਸਾਡੇ ਲੀਡਰਾਂ ਨੂੰ ਕਹੇ ਹੋਰ ਸਾਰਾ ਕੁਝ ਭੁੱਲ ਜਾਓ, ਸਾਡੇ ਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ, ਕੁਛ ਕਰ ਲੈਣ, ਪਰ ਅਸੀਂ ਜਿਹੜੇ ਸਾਡੇ ਸਾਥੀਆਂ ਦੇ, ਸਾਡੇ ਦੇ ਜਿੰਨੇ ਮਰਜ਼ੀ ਪਰਚੇ ਦਰਜ। ਹੁਣ ਜਿਹਨੇ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਉਹਦੇ ਕੁਛ ਨਾ ਕੁਛ ਹੋਊਗਾ ਹੀ ਨਾ। ਗਾਹਾਂ ਦੇਖਾਂਗੇ, ਦੁਬਾਰੇ ਲਾ ਲਾਂਗੇ ਮੋਰਚਾ। ਹੁਣ ਜੇ ਪੱਤਰਕਾਰਾਂ ਦੇ ਪਰਚਾ ਦਰਜ ਕਰਦੇ ਨੇ, ਜੇ ਕੋਈ ਸਾਨੂੰ 2 ਰੁਪਏ ਦਾ ਉਹਦੇ ਪਰਚਾ ਦਰਜ ਕਰਦੇ ਨੇ, ਕੋਈ ਟਰਾਂਸਪੋਰਟ ਸਾਨੂੰ ਬੱਸ ਦਿੰਦਾ ਉਹਦੇ ਬਾਰੇ ਬੋਲਾਂਗੇ ਅਸੀਂ, ਉੱਤੇ ਕਿਉਂ ਕਰਤਾ? ਸਾਡੇ ਤਾਂ ਹੋਣਗੇ, ਅਸੀਂ ਪਰਚਿਆਂ ਤੋਂ ਕਿਉਂ ਡਰਾਂਗੇ? 26 ਨੂੰ ਜਿਹੜੀ 26 ਦੀ ਗੱਲ ਕਹੀ ਆ, ਵੱਲੋਂ ਜੋ ਕੇਸ ਕਾਨੂੰਨ ਜਿਹੜੇ ਉਹ ਹੋਲਡ ਕੀਤੇ ਗਏ ਨੇ ਉਹਦੇ ਬਾਰੇ ਸਰਕਾਰ ਨੇ ਕੀ ਚਰਚਾ? ਸਰਕਾਰ ਕੁਛ ਕਹਿ ਦੇ ਅਸੀਂ ਕਿਸੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਸਰ, ਨਾ ਅਸੀਂ ਕਮੇਟੀ ਨੂੰ ਮੰਨੀਏ ਨਾ ਸੁਪਰੀਮ ਕੋਰਟ ਨੂੰ ਮੰਨੀਏ। ਸਰਕਾਰ ਮੰਨੀ ਜਾਵੇ ਤਾਂ ਅਸੀਂ ਅੱਜ ਵੀ ਕਹਤਾ ਅਸੀਂ ਕੋਈ ਉੱਥੇ ਅਰਜੀ ਪਰਚਾ ਨਹੀਂ ਪਾਇਆ। ਸਰਕਾਰ ਨੇ ਕਿਹਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਆ ਜਾਓ, ਉੱਥੇ ਫੈਸਲਾ ਕਰ ਲਓ। ਨੋ ਨਹੀਂ, ਉਹ ਮਾੜੀ ਜੀ ਗੱਲ ਛੇੜੀ ਤੇ ਜਵਾਬ ਹੀ ਦਿੱਤਾ ਸੀ। ਅਸੀਂ ਨਹੀਂ ਜਾਣਾ, ਅਸੀਂ ਪਹਿਲੇ ਨਾ ਕਰਨ ਦੇ ਵਕੀਲ ਬਿਲਕੁਲ ਨਹੀਂ ਜਾਣਾ। 26 ਦੀ ਜਿਹੜੀ ਪਰੇਡ ਆ ਉਹਦੇ ਲਈ ਨੌਜਵਾਨਾਂ ਲਈ ਤੁਹਾਡਾ ਕੋਈ ਸੁਨੇਹਾ? ਮੈਂ ਨੌਜਵਾਨों को भी शांत रहना है, पूरी तैयारी च आउण,
ਠੀਕ ਹੈ ਨਾ ਗੱਲ। ਇਹ ਅੰਦੋਲਨ ਲੰਮਾ ਚੱਲਣਾ ਹੈ। ਜਿੱਦੇ ਰਾਏ ਹੋਈ ਵੀ ਕੋਈ ਖੜਕਾ ਦੜਕਾ ਕਰਨਾ ਉਹਦੇ ਰਾਏ ਕਰਕੇ ਕਰਾਂਗੇ। ਇਹ ਨਹੀਂ ਹੈਗਾ ਵੀ ਆਹ 26 ਜਗ੍ਹਾ 26 ਸ਼ਾਂਤਮਈ ਨਿਗਾਹ। ਸੋ ਬਾਪੂ ਦਾ ਜਿਹੜਾ ਖੂੰਡਾ ਮੈਂ ਜ਼ਿਕਰ ਕੀਤਾ ਸੀ ਉਹ ਕਾਇਮ ਹੈ ਤੇ ਖੜਕੇ ਦੜਕੇ ਦੀ ਇਜਾਜ਼ਤ ਦੇਣਗੇ। ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਪ੍ਰੇਮ ਸਿੰਘ ਜੀ ਗਹਿਲਾਵਤ ਨੂੰ, ਜੋ ਕਿ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। ਸਰ आज का क्या निकला? बेसिट्टा रही है, कोई नतीजा नहीं रहा। नो मीटिंग हो ऐसा चुकी है। क्यों? एक डेमोक्रेटिक कंट्री में भाई ऐसा क्यों? ये डेमोक्रेटिक कंट्री है, नाम के लिए रह गई है, नहीं तो ये इसका इतना रवैया है, ये फासिस्टवादी रवैया अपनाए हुए है नरेंद्र मोदी। इसको तुरंत जो है, लाखों किसान सड़कों में बैठे हुए हैं, लाखों आने वाले हैं, और ये जो है पूरे देश का जो है आंदोलन बन चुका है। करीब 99% लोग सड़कों पर आ गए, कहीं पूरे देश के अंदर कहीं भी देखिए आप, यहाँ नहीं, पूरे चारों पांचों बॉर्डर पे देखिए, यहाँ लाखों किसान हैं, बच्चे हैं, छोटे बूढ़े हैं, औरतें हैं। तो एक अपना राजधर्म नहीं निभा रही जो सरकार, तो डेमोक्रेसी कहाँ रह गई? सरकार बनी किसके लिए थी? ਜੀ ਸੋ ਬਹੁਤ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਜਿੱਥੇ ਸਾਡਾ ਬਜ਼ੁਰਗ ਨੇ ਤੇ ਨਾਲ ਸਾਡੇ ਜਵਾਨ ਵੀ ਨੇ। ਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਜਿੱਤ ਹੈ ਕਿ ਸਿਆਣਪ ਜਿਹੜਾ ਹੋਸ਼ ਹੈ ਬਜ਼ੁਰਗਾਂ ਵੱਲੋਂ ਤੇ ਜੋਸ਼ ਨੌਜਵਾਨਾਂ ਵੱਲੋਂ ਇਕੱਠਾ ਹੈ। ਇਹ ਬੜੀ ਵੱਡੀ ਕਿਸੇ ਅੰਦੋਲਨ ਦੀ ਮੈਂ ਤਾਂ ਕਹੂੰਗਾ ਰੀੜ ਦੀ ਹੱਡੀ ਹੁੰਦੀ ਹੈ। ਤੇ ਅੱਜ ਦੀ ਮੀਟਿੰਗ ਬਾਰੇ ਆਪਾਂ ਗੱਲਾਂ ਕਰੀਏ ਤੇ ਕਿੱਦਾਂ ਲੱਗਿਆ ਅੱਜ? ਫਿਰ ਅੱਜ ਵੀ ਸਰਕਾਰ ਦਾ ਉਹੀ ਰਵੱਈਆ ਸੀ। ਸਰਕਾਰ ਕਹੇ ਬਾਰ-ਬਾਰ ਉਸੇ ਗੱਲ ਤੇ ਅੜੀ ਹੋਈ ਹੈ ਕਿ ਤੁਸੀਂ ਇਹਦੇ ਸੋਧਾਂ ਕਰਾ ਲਓ, ਜੋ ਚਾਹੋ ਕਰਵਾ ਲਓ, ਅਸੀਂ ਕਰਨ ਨੂੰ ਤਿਆਰ ਹਾਂ। ਪਰ ਅਸੀਂ ਕਹਿ ਰਹੇ ਹਾਂ ਵੀ ਜਦੋਂ ਤੁਸੀਂ ਸਾਰੇ ਕਾਨੂੰਨਾਂ ਦੇ ਵਿੱਚ ਸਾਰੀ ਸੋਧ ਕਰਨ ਨੂੰ ਤਿਆਰ ਹੋ ਤਾਂ ਫਿਰ ਰੀਪੀਲ ਕਰਨ 'ਚ ਕੀ ਮੁਸ਼ਕਲ ਹੈ? ਤੁਹਾਨੂੰ ਕੀ ਜਾਪਦਾ ਵੀ ਇਹ ਕਿਤੇ ਉਹ ਹਉਮੈ ਵਾਲਾ ਮਸਲਾ ਤਾਂ ਨਹੀਂ ਹੋ ਗਿਆ? ਨਹੀਂ, ਹਉਮੈ ਵਾਲਾ ਮਸਲਾ ਨਹੀਂ। ਸਰਕਾਰ ਸਾਨੂੰ ਇਉਂ ਜਾਪ ਰਿਹਾ ਕਿ ਇਹਦਾ ਨਾਂ ਰੱਖ ਕੇ, ਇਹਦਾ ਸਭ ਕੁਝ ਵਜੂਦ ਰੱਖ ਕੇ ਥੋੜੇ ਸਮੇਂ ਬਾਅਦ ਫਿਰ ਜਿਵੇਂ ਹੁਣ ਪਿਛਲੇ ਦਰਵਾਜ਼ੇ ਵਿੱਚ ਦੀ ਇਹ ਸਾਡੇ ਐਗਰੀਕਲਚਰ ਸੈਕਟਰ 'ਚ ਐਡ ਹੋਈ ਹੈ ਜਾਂ ਕੰਜ਼ੰਪਸ਼ਨ ਦੇ ਸੈਕਟਰ 'ਚ ਐਡ ਹੋਈ ਹੈ, ਤਾਂ ਉਹ ਦੁਬਾਰਾ ਫਿਰ ਮਤਲਬ ਜਿਹੜਾ ਸਟੇਟ ਦੇ ਜਿਹੜੇ ਇਹ ਅਧਿਕਾਰਾਂ ਦਾ ਹਨਨ ਕਰਕੇ ਦੁਬਾਰਾ ਫਿਰ ਇੰਟਰ ਹੋਣਾ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਦਰਵਾਜ਼ਾ ਹੀ ਬੰਦ ਕੀਤਾ ਜਾਵੇ ਪੱਕੇ ਤੌਰ ਤੇ, ਕਿ ਸਰਕਾਰ ਦੁਬਾਰਾ ਇੰਟਰ ਹੋਵੇ ਹੀ ਨਾ। ਗੇਟ ਹੀ ਬੰਦ ਕਰਨਾ ਚਾਹੁੰਦੇ ਅਸੀਂ। ਇਸ ਕਰਕੇ ਕਹਿੰਦੇ ਵੀ ਰਿਵੀਲ ਕੀਤਾ ਜਾਵੇ, ਜਿਹੜਾ ਸਟੇਟ ਦਾ ਸਬਜੈਕਟ ਹੈ ਸਟੇਟ ਕਰੇ, ਜਿਹੜਾ ਸੈਂਟਰ ਦਾ ਸਬਜੈਕਟ ਹੈ ਸੈਂਟਰ ਕਰੇ। ਪਰ ਜਿਹੜੀ ਸਰਕਾਰ ਦੀ ਨੀਅਤ ਤੇ ਨੀਤੀ ਹੈ ਉਹ ਚਾਹੁੰਦੀ ਹੈ ਕਿ ਪ੍ਰੋਡਿਊਸਰ ਨੂੰ, ਕੰਜ਼ਿਊਮਰ ਨੂੰ, ਜਿਹੜਾ ਕਾਰਪੋਰੇਟ ਦੇ ਮਤਲਬ ਜਿਹੜਾ ਬਗਾੜ ਮੂਰੇ ਸਿੱਟ ਕੇ ਉਹਨੂੰ ਹੜੱਪ ਕਰਾ ਦਈਏ, ਜਿਵੇਂ ਆਪਾਂ ਪਿੱਛੇ ਦੇਖ ਰਹੇ। ਜਿਹੜੀ ਗੱਲ ਤੁਹਾਨੂੰ ਸਮਝ ਆ ਗਈ ਕਿ ਇਹ ਸਾਰੇ ਲੋਕਾਂ ਲਈ ਖਤਰਨਾਕ ਹੈ, ਘਾਤਕ ਹੈ, ਆਮ ਲੋਕਾਂ ਲਈ, ਇਸ ਦੇਸ਼ ਦੀ ਆਬਾਦੀ ਲਈ ਘਾਤਕ ਹੈ, ਜਿਹੜੀ ਪ੍ਰੋਕਿਉਰਮੈਂਟ ਜੇ ਪ੍ਰਾਈਵੇਟ ਹੱਥਾਂ 'ਚ ਆ ਗਈ, ਇਸ ਦੇਸ਼ ਦੇ ਲੋਕਾਂ ਨੂੰ ਸਮਝ ਕਦੋਂ ਆਊਗੀ ਕਿ ਕਿਸਾਨ ਤੇ ਆਪਣੀ ਨਹੀਂ ਉਹਨਾਂ ਦੀ ਵੀ ਲੜਾਈ ਲੜਨ ਡਿਆ? ਦੇਖੋ, ਅੱਜ ਜੇ ਅਸੀਂ ਦੇਖੀਏ ਗਰਾਊਂਡ ਤੇ ਤਾਂ ਸਾਡੇ ਨਾਲ ਸਾਰੇ ਲੋਕ ਹੈਗੇ ਨੇ, ਸਾਰੇ ਧਰਮਾਂ ਦੇ ਲੋਕ ਹੋ ਗਏ ਨੇ, ਭਾਵੇਂ ਉਹ ਕੰਜ਼ਿਊਮਰ ਨੇ, ਭਾਵੇਂ ਉਹ ਪ੍ਰੋਡਿਊਸਰ ਨੇ, ਤੇ ਭਾਵੇਂ ਉਹ ਪ੍ਰੋਸੈਸਰ ਨੇ। ਦੇਖੋ, ਆੜਤੀਆਂ ਦਾ ਤਾਂ ਇਹਦੇ ਨਾਲ ਕੋਈ ਮਤਲਬ ਨਹੀਂ, ਸੈਲਰ ਵਾਲਿਆਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ, ਹੋਰ ਫੈਕਟਰੀ ਵਾਲਿਆਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ। ਪਰ ਅੱਜ ਉਹ ਸਾਰੇ ਸਾਡੇ ਕੋਲ ਖੜੇ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਐਗਰੀਕਲਚਰ ਦੀ ਇਕਾਨਮੀ ਹੈ ਜਿਹੜੀ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਬੇਸ ਹੈ। ਅਗਰ ਇਹਨੂੰ ਲਾਸ ਮਿਲਦਾ ਤਾਂ ਸਾਰਿਆਂ ਨੂੰ ਲਾਸ ਮਿਲਦਾ ਹੈ। ਹੁਣ ਜਿਹੜਾ ਤੀਸਰਾ ਐਕਟ ਹੈਗਾ ਇਹਨਾਂ ਨੇ ਲਿਆਂਦਾ, ਆਪਣਾ ਕੰਜ਼ਿਊਮਰ ਐਕਟ ਜਿਹੜਾ ਹੈਗਾ 1955 ਦੇ ਸੋਧ ਕਰ ਰਹੇ ਨੇ, ਪ੍ਰੋਕਿਉਰਮੈਂਟ ਵਾਲਾ ਨਹੀਂ, ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਦੇ ਐਕਟ ਦੇ ਸੋਧ ਕਰ ਰਹੇ। ਉਹਦੇ 'ਚੋਂ ਸਾਫ਼ ਸਰਕਾਰ ਭੱਜ ਰਹੀ ਹੈ, ਉਹਨਾਂ ਨੂੰ ਦੇ ਰਹੀ ਹੈ, ਕਾਰਪੋਰੇਟ ਵਾਲਿਆਂ ਨੂੰ ਅਧਿਕਾਰ ਦੇ ਰਹੀ ਹੈ ਕਿ ਉਹ ਜਿੰਨਾ ਮਰਜ਼ੀ ਸਟਾਕ ਕਰ ਲੈਣ, ਜਿਸ ਮਰਜ਼ੀ ਰੇਟ ਤੇ ਖਰੀਦ ਲੈਣ, ਜਦੋਂ ਮਰਜ਼ੀ ਜਿਸ ਰੇਟ ਤੇ ਮਰਜ਼ੀ ਵੇਚ ਸਕਣ। ਤੋ ਇਸ ਕਰਕੇ ਮਤਲਬ ਸਿੱਧਾ ਸਰਕਾਰ ਤਾਂ ਉਹਦੇ 'ਚ ਜਾ ਹੀ ਰਹੀ ਹੈ, ਸਾਰਾ ਮੋਨੋਪੋਲੀ ਉਹਨਾਂ ਨੂੰ, ਅਧਿਕਾਰ ਉਹਨਾਂ ਨੂੰ ਦੇ ਰਹੀ ਹੈ। ਇਹਦਾ ਮਤਲਬ ਸਰਕਾਰ ਤਾਂ ਕਿਤੇ ਸਟੈਂਡ ਕਰਦੀ ਨਹੀਂ। ਜਦੋਂ ਸਰਕਾਰ ਸਟੈਂਡ ਨਹੀਂ ਕਰੂ ਤਾਂ ਅਸੀਂ ਜਿਹੜਾ ਕੁਝ ਪਿੱਛੇ ਦੇਖ ਰਹੇ ਹਾਂ ਐਜੂਕੇਸ਼ਨ ਦੇ, ਹੈਲਥ ਦੇ ਜਾਂ ਹੋਰ ਅਦਾਰਿਆਂ ਦੇ ਸੰਬੰਧ 'ਚ ਦੇਖ ਰਹੇ ਹਾਂ, ਤਾਂ ਉੱਥੇ ਲੋਕਾਂ ਦੀ ਕਿੰਨੀ ਲੁੱਟ ਹੋ ਰਹੀ ਹੈ, ਕਿੰਨਾ ਸ਼ੋਸ਼ਣ ਹੋ ਰਿਹਾ ਹੈ, ਕਿੰਨਾ ਵਿੱਦਿਆ ਜਿਵੇਂ ਹੈਗੀ ਹੈ ਤਾਂ ਹੈਲਥ ਜਿਹੜੀ ਇਲਾਜ ਹੈ ਉਹ ਆਮ ਸਧਾਰਨ ਲੋਕਾਂ ਦੇ ਪਹੁੰਚ ਤੋਂ ਬਾਹਰ ਦਾ ਹੋ ਰਿਹਾ ਹੈ। ਲੋਕ ਮਰ ਰਹੇ ਨੇ, ਅਨਪੜ੍ਹਤਾ ਵੱਧ ਰਹੀ ਹੈ। ਇਸ ਕਰਕੇ ਉਹੀ ਸਟੈਪ ਇਹ ਮਤਲਬ ਇਹਨਾਂ ਦਾ ਕਹਿਣਾ ਕਿ ਦੇਸ਼ ਹਿੱਤ ਵਿੱਚ ਨਹੀਂ। ਮੈਂ ਦਲਜੀਤ ਸਿੰਘ ਨਗਾਰਾ, ਟੀਵੀ ਕੈਨੇਡਾ ਦਿੱਲੀ। ਸਰਕਾਰ ਕੁਛ ਕਹਦੇ ਅਸੀਂ ਕਿਸੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਸਰ, ਨਾ ਅਸੀਂ ਕਮੇਟੀ ਨੂੰ ਮੰਨੀਏ ਨਾ ਸੁਪਰੀਮ ਕੋਰਟ ਨੂੰ ਮੰਨੀਏ। ਠੀਕ ਹੈ ਨਾ ਗੱਲ। ਇਹ ਅੰਦੋਲਨ ਲੰਮਾ ਚੱਲਣਾ ਵੀ ਕੋਈ ਖੜਕਾ ਦੜਕਾ ਕਰਨਾ ਉਹਦੇ ਰਾਏ ਕਰਕੇ ਕਰਾਂਗੇ। ਸਰਦਾਰ ਰੁਲਦਾ ਸਿੰਘ ਜੀ, ਅੱਜ ਫਿਰ ਮੀਟਿੰਗ ਦਾ ਕੋਈ ਸਿੱਟਾ? ਮੀਟਿੰਗ ਤਾਂ ਜੇ ਕਹੀਏ ਬੇਸਿੱਟਾ ਹੀ ਰਹੀ ਹੈ। ਮੀਟਿੰਗ ਚੋਂ ਮੀਟਿੰਗ ਨਿਕਲੀ ਹੈ, ਠੀਕ ਹੈ ਨਾ ਗੱਲ, ਹੋਰ ਕੁਝ ਨਹੀਂ ਨਿਕਲਿਆ। ਪਹਿਲਾਂ ਉਹਨਾਂ ਨੇ ਜਿਵੇਂ ਪਹਿਲਾਂ ਰਿਟਰਨ ਲਾਉਂਦੇ ਨੇ ਉਹੀ ਲਾਇਆਗਾ। ਫਿਰ ਇੱਕ ਗੱਲ ਤੇ ਅਸੀਂ ਕਿਹਾ ਸੀ ਵੀ ਚੰਗਾ ਖੇਤੀ ਕਾਨੂੰਨ ਬਣਾ ਲਓ, ਉਹ ਕਹਿੰਦੇ ਖੇਤੀ ਕਾਨੂੰਨ ਬਣਾ ਲੈਂਦੇ ਆ। ਦੂਸਰਾ ਸਾਡਾ ਇਹ ਹੋ ਗਿਆ ਸੀਗਾ ਵੀ ਜਿਹੜਾ 1955 ਦਾ ਇੱਕ ਐਕਟ ਬਣਿਆ, ਨਾਜ ਕਿੰਨਾ ਰੱਖਣਾ, ਕੀ ਕਰਨਾ,
ਅਸੀਂ ਕਹਿੰਦੇ ਜਿਹੜੇ ਤੁਸੀਂ ਆਪਦੇ ਮਾੜੇ ਕਾਨੂੰਨ ਉਹ ਚ ਪਾਏ ਨੇ ਉਹ ਕੱਢ ਦਿਓ, ਤੁਸੀਂ ਉਹਨਾਂ ਨੂੰ ਜ਼ਿਕਰ ਰੱਖ ਲਓ। ਉਹ ਕਹਿੰਦੇ ਵੀ ਜੇ ਦੋਨਾਂ ਗੱਲਾਂ ਤੇ ਕਰ ਲਈਏ ਕੀ ਧਰਨਾ ਚੱਕ ਲਓਗੇ? ਇਸ ਕਹਿੰਦੇ ਨਹੀਂ, ਫਿਰ ਅਸੀਂ ਦੋ ਰੱਦ ਕਰਾਉਣੇ ਨਾ, ਧਰਨਾ ਅਸੀਂ ਨਹੀਂ ਚੱਕਾਂਗੇ। ਪਰ ਜਿਹੜਾ ਉਹ ਰੇਲ ਮੰਤਰੀ ਹੈ ਉਹਦਾ ਵਧੀਆ ਸਾਨੂੰ ਪੱਖ ਦੱਸਣ ਲੱਗ ਗਿਆ ਵੀ ਆਹ ਚੰਗਾ ਆਹ ਚੰਗਾ, ਜਿਹੜਾ ਨਵੇਂ ਪਾਏ ਨੇ ਉਹ ਚ ਜਦੋਂ ਨਾ ਹਟਿਆ ਸੀ ਭਾਸ਼ਣ ਕਰਦੇ ਬੰਦ, ਇਹ ਵੀ ਤਿੰਨਾਂ ਰੱਦ ਚ ਆ ਗਿਆ, ਅਸੀਂ ਉਹਨੂੰ ਬੰਦ ਕਰਤਾ। ਗੱਲ ਆ ਹੋਈ ਹੈ। ਹਾਂ, ਤੇ ਤੁਹਾਨੂੰ NIA ਦੇ ਮੁੱਦੇ ਉੱਤੇ ਕੀ ਗੱਲਬਾਤ ਹੋਈ ਜਾਂਦੀ? ਕਿਹੜੀ NIA ਦੇ ਮੁੱਦੇ ਉੱਤੇ ਜਿਹੜਾ ਨੋਟਿਸ ਭੇਜੇ ਨੇ ਟਰਾਂਸਪੋਰਟਰਾਂ ਨੂੰ ਹਾਂ ਉਹ ਅਸੀਂ ਸਾਰਿਆਂ ਦੀ ਗੱਲ ਕਰੀਏ। ਇੱਕ ਤਾਂ ਸਾਨੂੰ ਪੈਸਾ ਆਉਂਦਾ ਬਾਹਰੋਂ, ਜਾਂ ਕੋਈ ਇੱਥੋਂ ਪੈਸਾ ਦੇ ਕੇ ਜਾਂਦਾ, ਜਿਹੜੇ ਸ਼ਹੀਦ ਹੋਏ ਨੇ ਖਾਸ ਕਰਕੇ ਉਹਨਾਂ ਨੂੰ, ਵੀ ਕਿ ਉਹਨਾਂ ਨੂੰ ਕਰਤੇ ਟਰਾਂਸਪੋਰਟ ਨੂੰ ਕਰਤੇ, ਜਾਂ ਕੋਈ ਪ੍ਰਕਾਰ ਉਹਨੂੰ ਨੋਟ ਕਰਤੇ, ਜਾਂ ਕੋਈ ਗਾਇਕ ਹੈ ਉਹ ਤੇ ਪਰਚਾ ਦਰਜ ਕਰਤਾ। ਉਹ ਅਸੀਂ ਜ਼ੋਰ ਦੇ ਕੇ ਗੱਲ ਰੱਖੀ ਹੈ ਵੀ ਇਹ ਗੱਲ ਨੂੰ ਤੁਸੀਂ ਬੰਦ ਕਰ ਦਿਓ, ਵਿਸ਼ਵਾਸ ਦਿਵਾਇਆ ਵੀ ਅਸੀਂ ਬੰਦ ਕਰ ਦਾਂਗੇ। ਗਾਹ ਸਰਕਾਰ ਕਰਦੀ ਕੀ ਉਹ ਦੇਖੀ ਜਾਓ। ਇਹ ਹੈ। ਇਹ ਹੁਣ ਤੁਹਾਡੇ ਹੱਥ ਫੜਿਆ ਖੁੰਡਾ ਹਨਾ, ਤੇ ਖੁੰਡੇ ਤੇ ਬੜਾ ਪੰਜਾਬ ਵਿੱਚ ਮਸ਼ਹੂਰੀ ਆ ਵੀ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ। ਬਾਪੂ ਦਾ ਖੁੰਡਾ ਕਾਇਮ ਹੈ? ਖੁੰਡਾ ਮੇਰਾ ਤੁਰਨ ਵਾਸਤੇ ਕਾਇਮ ਹੈ, ਕੁੱਟਣ ਵਾਸਤੇ ਕਾਇਮ ਨਹੀਂ ਹੈਗਾ ਕਿਸੇ ਨੂੰ। ਤੇ 26 ਤਰੀਕ ਨੂੰ ਜੇਕਰ ਸਰਕਾਰ ਰੋਕਦੀ ਹੈ ਮਾਰਚ ਕੱਢਣ ਤੋਂ, ਕੀ ਬੈਰੀਕੇਡਾਂ ਤੋੜਿਆ? ਇਹ ਮੇਰੀ ਇੱਕ ਬੇਨਤੀ ਹੈ, ਸਾਡੀ ਮਤਲਬ ਇਸ ਤੋਂ ਬਾਅਦ ਮੀਟਿੰਗ ਹੈ, ਇੱਕ ਤਾਂ ਕੱਲ ਨੂੰ ਨਹੀਂ ਮੀਟਿੰਗ ਹੈ, 2-3 ਮੀਟਿੰਗਾਂ ਸਾਡੀਆਂ ਹੁਣ ਹੋਣਗੀਆਂ। ਉਹ 'ਚ ਕੀ ਤੈਅ ਹੁੰਦਾ ਹੈ, ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦਿੰਦੇ, ਇਸ ਨੂੰ ਮੈਂ ਯਕੀਨ ਦਿਵਾ ਜਾਂਦਾ। ਪਰ ਚੜੂਨੀ ਜੀ ਨੇ ਕਿਹਾ ਸੀਗਾ ਕਿ ਜੇਕਰ ਬੈਰੀਕੇਡ ਨਹੀਂ ਤੋੜਨੇ ਫਿਰ ਟਰੈਕਟਰ ਅਸੀਂ ਕੀ ਧੂਪ ਦੇਣ ਨੂੰ ਮੰਗਾਉਣੇ। ਉਹਦੀ ਇਕੱਲੇ ਦੀ ਰਹਿ ਹੋਊਗੀ। ਉਸ ਜਿਹੜੇ ਸਾਡੀ 40 ਜਥੇਬੰਦੀਆਂ ਮੀਟਿੰਗ 'ਚ ਬਹਿ ਕੇ ਫਿਰ ਉੱਥੇ ਗਏ ਨਾ, ਬਾਹਰ ਤਾਂ ਮੈਂ ਵੀ ਕੁਝ ਕਹਿ ਜੂੰਗਾ, ਪਰ ਜਦੋਂ ਅਸੀਂ 40 ਬਹਿਨੇ ਉੱਥੇ ਕਹਿ ਕੇ ਦਿਖਾਵੇ ਕੋਈ, ਫਿਰ ਉੱਥੇ ਲਿਖਿਆ ਜਾਂਦਾ ਵਾ ਕਹਿੰਦੇ ਵੀ ਕੀ ਫਿਰ ਜਿਵੇਂ ਜਿਹੜੀ ਚੁਣਨੀ ਦੀ ਗੱਲ ਪਾਸ ਹੁੰਦੀ ਕਿ ਨਹੀਂ ਪਾਸ ਹੁੰਦੀ। ਜਿਹੜੀ ਉੱਥੇ ਗੱਲ ਪਾਸ ਹੋਊਗੀ ਉਹ 100% ਹੋਊਗੀ। ਤੇ ਕੱਲਾ ਮਰੂਦੂ ਸਿੰਘ ਕੁਛ ਕਹੇ ਜੇ, ਚੜੂਨੀ ਕੁਛ ਕਹੇ ਜੇ, ਬਲਵੀਰ ਰਾਜੇ ਵਾਲਾ ਕੁਛ ਕਹੇ ਜੇ। ਹੁਣ ਬਲਵੀਰ ਰਾਜੇ ਵਾਲਾ ਮੈਨੂੰ ਪਤਾ ਲੱਗਾ ਪੱਤਰਕਾਰ ਕਹਿੰਦੇ, ਉਹ ਕਹਿੰਦਾ ਵੀ ਰਿੰਗ ਰੋਡ ਤੇ ਮਾਰਚ ਕਰਾਂਗੇ, ਕੋਈ ਤਾਂ ਇਹ ਨਹੀਂ ਹੋਇਆ। ਚਲੋ ਉਹਦੀ ਸੋਚ ਹੈ, ਉਹ ਲੀਡਰ ਸਾਡਾ ਗੱਲ ਰੱਖ ਸਕਦਾ ਹੈ, ਪਰ ਇਹ ਤਾਂ ਕੋਈ ਨਹੀਂ ਹੋਇਆ ਅਸੀਂ ਰਿੰਗ ਰੋਡ ਤੇ ਜਾਵਾਂਗੇ। ਹਜੇ ਤਾਂ ਅਸੀਂ ਦਿੱਲੀ ਪਹੁੰਚਣਾ ਹੈ, ਤੇ ਨਹੀਂ ਸਾਡੀ ਪਹਿਲਾਂ ਦੀ ਸਕੀਮ ਹੈ, ਅਸੀਂ ਮਾਰਚ ਕਰਨਾ ਹੈ, ਪਰੇਡ ਕਰਨੀ ਆ। ਪਰੇਡ ਦਾ ਮਤਲਬ ਸ਼ਾਂਤਮਈ, ਆਹ ਗੱਲ ਹੈਗੀ, ਹੋਰ ਕੀ ਹੈ। ਸੋਸ਼ਲ ਮੀਡੀਆ ਉੱਤੇ ਬੜੇ ਮੈਸੇਜ ਨੇ ਜਿਹੜੇ ਵਾਇਰਲ ਹੋ ਰਹੇ ਨੇ, ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਦਿੱਲੀ ਨੂੰ ਫਤਿਹ ਕੀਤਾ ਜਾਵੇਗਾ ਜਾਂ ਲਾਲ ਕਿਲੇ ਦੇ ਅੰਦਰ ਵੜਿਆ ਜਾਵੇਗਾ, ਝੰਡਾ ਲਹਿਰਾਇਆ ਜਾਵੇਗਾ। ਤਾਂ ਤੁਸੀਂ ਇੱਕ ਵਾਰ ਕਲੀਅਰ ਕਰ ਦਿਓ ਕਿ ਕਿਸਾਨ ਜਥੇਬੰਦੀਆਂ ਨੇ ਕੀ ਪਲਾਨ ਕੀਤਾ ਹੈ। ਤੁਸੀਂ ਮੇਰੀ ਗੱਲ ਨਹੀਂ ਸਮਝੇ, ਮੈਂ ਕਹਿੰਦਾ ਸਾਡਾ ਮੈਂ ਵੀ ਕੁਝ ਗਲਤ ਗੱਲ ਕਹੀ ਜਾਂ ਇੱਥੇ, ਉਹ ਵੀ ਨਹੀਂ ਪੁੱਗਦੀ। ਜਿਹੜੀਆਂ 40 ਜਥੇਬੰਦੀਆਂ ਮੀਟਿੰਗ ਹੋਊ ਉਹ ਗੱਲ ਪੁੱਗੂ। ਬਾਹਰਲਾ ਕੋਈ ਕੁਛ ਚਾਹੇ ਕਹੀ ਜਾਵਾਂ, ਕਿਲਾ ਢਾ ਦੂੰ ਮੈਂ, ਪਾਰਲੀਮੈਂਟ ਢਾ ਦੂੰ, ਉਹ ਕੱਲਾ ਜਾ ਕੇ ਢਾ ਦੇ, ਜਥੇਬੰਦੀਆਂ ਨਹੀਂ ਢਾਉਂਦੀਆਂ। ਅਗਲੀ ਮੀਟਿੰਗ ਦਾ ਕੋਈ 19 ਤਰੀਕ ਦੀ ਮੀਟਿੰਗ, 19 ਤਰੀਕ ਮੀਟਿੰਗ ਚੋਂ ਐਂ ਕਹਿ ਦਿਓ ਯਾਰ, ਮੀਟਿੰਗ ਚੋਂ ਮੀਟਿੰਗ ਨਿਕਲੀ ਹੈ ਬਸ, ਵਾਲਾ ਇੰਨਾ ਕੁਛ ਹੈ, ਹੋਰ ਕੁਛ ਨਹੀਂ ਹੋਇਆ। ਜਿਹੜਾ ਕਰਨਾਲ ਹੰਗਾਮੇ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਹੈ ਕਿਸਾਨ ਵੱਲੋਂ, ਉਹਦੇ ਉੱਤੇ ਜਿਹੜੇ ਖੇਤੀ ਮੰਤਰੀ ਨੇ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਆਪਣੀ? ਕਿਹੜਾ ਮੁੱਦਾ ਮੈਨੂੰ ਜਿਹੜਾ ਕਰਨਾਲ ਹੰਗਾਮੇ ਦੇ ਵਿੱਚ 900 ਕਿਸਾਨਾਂ ਦੇ ਖਿਲਾਫ FIR। ਅੱਛਾ ਜਿਹੜਾ ਹੈਲੀਕਾਪਟਰ ਨੂੰ ਉਤਰਦਾ। ਦੇਖੋ ਮੇਰੀ ਗੱਲ ਸੁਣੋ, ਜੇ ਕੋਈ ਜੱਟ ਦਾ ਗੱਡਾ ਨਾ ਲੰਘਣ ਦੇ ਕੇਸ ਤਾਂ ਬਣ ਜਾਂਦਾ। ਹੁਣ ਤਾਂ ਹੈਲੀਕਾਪਟਰ ਨਹੀਂ ਲੰਘਣ ਦਿੱਤਾ, ਭਲਾ ਕੁਝ ਬਣੂਗਾ? ਨਹੀਂ ਬਣਨੇ ਹੁੰਦਾਗਾ। ਇਹ ਮੈਂ ਇਸ ਗੱਲ ਤੇ ਮੈਂ ਬਾਲਾ ਕੇਸਾਂ ਕੁਸਾਂ ਦਿੱਤਾ ਹੋ ਚੁੱਕਣਾ। ਸਾਡੀ ਲੜਾਈ ਕੇਸਾਂ ਕੰਨੀ ਵਗ ਜਾਂਦੀ ਹੈ, ਸਭ ਪਰ ਸਾਨੂੰ ਗੱਲ ਠਾਉਣੀ ਪੈਂਦੀ ਹੈ। ਪਹਿਲਾਂ ਵੀ ਅਸੀਂ ਦੇਖਦੇ ਹਾਂ, ਨਾਅਰੇ ਲਾਉਂਦੇ ਹਾਂ, ਮੁਜ਼ਾਹਰੇ ਕਰਦੇ ਹਾਂ, ਸਾਡੇ ਦੇ ਪਰਚੇ ਦਰਜ ਹੁੰਦੇ। ਜਿਹੜੀ ਅਸੀਂ ਮੰਗ ਤੋਂ ਮੰਗ ਅਸੀਂ ਭੁੱਲ ਜਾਂਦੇ ਹਾਂ। ਮੈਂ ਸਾਡੇ ਲੀਡਰਾਂ ਨੂੰ ਕਹੇ ਹੋਰ ਸਾਰਾ ਕੁਝ ਭੁੱਲ ਜਾਓ, ਸਾਡੇ ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ, ਕੁਛ ਕਰ ਲੈਣ, ਪਰ ਅਸੀਂ ਜਿਹੜੇ ਸਾਡੇ ਸਾਥੀਆਂ ਦੇ ਸਾਡੇ ਤੇ ਜਿੰਨੇ ਮਰਜ਼ੀ ਪਰਚੇ ਦਰਜ, ਹੁਣ ਜਿਹਨੇ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਉਹਦੇ ਤਾਂ ਕੁਛ ਨਾ ਕੁਛ ਹੋਊਗਾ ਹੀ ਨਾ। ਗਾਹਾਂ ਦੇਖਾਂਗੇ, ਦੁਬਾਰੇ ਲਾ ਲਾਂਗੇ ਮੋਰਚਾ। ਹੁਣ ਜੇ ਪੱਤਰਕਾਰਾਂ ਦੇ ਪਰਚਾ ਦਰਜ ਕਰਦੇ ਨੇ, ਜੇ ਕੋਈ ਸਾਨੂੰ 2 ਰੁਪਏ ਦਾ ਉਹਦੇ ਪਰਚਾ ਦਰਜ ਕਰਦੇ ਨੇ, ਕੋਈ ਟਰਾਂਸਪੋਰਟ ਸਾਨੂੰ ਬੱਸ ਦਿੰਦਾ ਉਹਦੇ ਬਾਰੇ ਬੋਲਾਂਗੇ ਅਸੀਂ, ਉੱਤੇ ਕਿਉਂ ਕਰਤਾ? ਸਾਡੇ ਤਾਂ ਹੋਣਗੇ, ਅਸੀਂ ਪਰਚਿਆਂ ਤੋਂ ਕਿਉਂ ਡਰਾਂਗੇ? 26 ਨੂੰ ਜਿਹੜੀ 26 ਗੱਲ ਕਹੀ ਹੈ, ਕੋਰਟ ਵੱਲੋਂ ਜੋ ਕੇਸ ਕਾਨੂੰਨ ਜਿਹੜੇ ਉਹ ਹੋਲਡ ਕੀਤੇ ਗਏ ਨੇ, ਉਹਦੇ ਬਾਰੇ ਸਰਕਾਰ ਨੇ ਕੀ ਚਰਚਾ ਕੀਤੀ? ਸਰਕਾਰ ਕੁਛ ਕਹਦੇ, ਅਸੀਂ ਕਿਸੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਸਰ, ਨਾ ਅਸੀਂ ਕਮੇਟੀ ਨੂੰ ਮੰਨੀਏ ਨਾ ਸੁਪਰੀਮ ਕੋਰਟ ਨੂੰ ਮੰਨੀਏ। ਸਰਕਾਰ ਮੰਨੀ ਜਾਵੇ ਤਾਂ ਅਸੀਂ ਅੱਜ ਵੀ ਕਹਤਾ ਅਸੀਂ ਕੋਈ ਉੱਥੇ ਅਰਜੀ ਪਰਚਾ ਨਹੀਂ ਪਾਇਆ। ਸਰਕਾਰ ਨੇ ਕਿਹਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਆ ਜਾਓ, ਉੱਥੇ ਫੈਸਲਾ ਕਰ ਲਓ। ਨੋ ਨਹੀਂ, ਉਹ ਮਾੜੀ ਜੀ ਗੱਲ ਛੇੜੀ ਤੇ ਜਵਾਬ ਹੀ ਦਿੱਤਾ ਸੀ। ਅਸੀਂ ਨਹੀਂ ਜਾਣਾ ਸੀ, ਪਹਿਲੇ ਨਾ ਕਰਨ ਦੇ ਵਕੀਲ ਬਿਲਕੁਲ ਨਹੀਂ ਜਾਣਾ। 26 ਦੀ ਜਿਹੜੀ ਪਰੇਡ ਆ ਉਹਦੇ ਲਈ ਨੌਜਵਾਨਾਂ ਲਈ ਤੁਹਾਡਾ ਕੋਈ ਸੁਨੇਹਾ? ਮੈਂ ਨੌਜਵਾਨੋਂ ਕਾ ਵੀ ਸ਼ਾਂਤ ਰਹਿਣਾ ਹੈ, ਪੂਰੀ ਤਿਆਰੀ ਚ ਆਉਣ, ਠੀਕ ਹੈ ਨਾ ਗੱਲ। ਅੰਦੋਲਨ ਲੰਮਾ ਚੱਲਣਾ ਹੈ, ਜਿੱਦੇ ਰਾਏ ਹੋਈ ਵੀ ਕੋਈ ਖੜਕਾ ਦੜਕਾ ਕਰਨਾ ਉਹਦੇ ਰਾਏ ਕਰਕੇ ਕਰਾਂਗੇ। ਇਹ ਨਹੀਂ ਹੈਗਾ ਵੀ ਆ 26 ਜਗ੍ਹਾ 26 ਸ਼ਾਂਤਮਈ ਨਗਾਵਾ। ਸੋ ਬਾਪੂ ਦਾ ਜਿਹੜਾ ਖੁੰਡਾ ਮੈਂ ਜ਼ਿਕਰ ਕੀਤਾ ਸੀ ਉਹ ਕਾਇਮ ਹੈ ਤੇ ਖੜਕੇ ਦੜਕੇ ਦੀ ਇਜਾਜ਼ਤ ਦੇਣਗੇ। ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਪ੍ਰੇਮ ਸਿੰਘ ਜੀ ਗਹਿਲਾਵਤ ਨੂੰ, ਜੋ ਕਿ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। सर आज का क्या निकला? बेसिट्टा रही है, कोई नतीजा नहीं रहा, नो मीटिंग हो ऐसा चुकी है। क्यों? एक डेमोक्रेटिक कंट्री में भाई ऐसा क्यों? ये डेमोक्रेटिक कंट्री है, नाम के लिए रह गई है, नहीं तो ये इसका इतना रवैया है, ये फासिस्टवादी रवैया अपनाए हुए है नरेंद्र मोदी। इसको तुरंत जो है, लाखों किसान सड़कों में बैठे हुए हैं, लाखों आने वाले हैं, और ये जो है पूरे देश का जो है आंदोलन बन चुका है। करीब 99% लोग सड़कों पे आ गए, कहीं पूरे देश के अंदर कहीं भी देखिए आप, यहाँ नहीं पूरे 4-5 बॉर्डर पे देखिए, यहाँ लाखों किसान हैं, बच्चे हैं, छोटे बूढ़े हैं, औरतें हैं। तो एक अपना राजधर्म नहीं निभा रही जो सरकार, तो डेमोक्रेसी कहाँ रह गई?
सरकार बनी किसके लिए थी? ਜੀ ਸੋ ਬਹੁਤ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਜਿੱਥੇ ਸਾਡਾ ਬਜ਼ੁਰਗ ਨੇ ਤੇ ਨਾਲ ਸਾਡੇ ਜਵਾਨ ਵੀ ਨੇ ਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਜਿੱਤ ਹੈ ਕਿ ਸਿਆਣਪ ਜਿਹੜਾ ਹੋਸ਼ ਹੈ ਬਜ਼ੁਰਗਾਂ ਵੱਲੋਂ ਤੇ ਜੋਸ਼ ਨੌਜਵਾਨਾਂ ਵੱਲੋਂ ਇਕੱਠਾ ਹੈ। ਇਹ ਬੜੀ ਵੱਡੀ ਕਿਸੇ ਅੰਦੋਲਨ ਦੀ ਮੈਂ ਤਾਂ ਕਹੂੰਗਾ ਰੀੜ ਦੀ ਹੱਡੀ ਹੁੰਦੀ ਹੈ। ਤੇ ਅੱਜ ਦੀ ਮੀਟਿੰਗ ਬਾਰੇ ਆਪਾਂ ਗੱਲਾਂ ਕਰੀਏ ਤੇ ਕਿੱਦਾਂ ਲੱਗਿਆ ਅੱਜ ਫਿਰ? ਅੱਜ ਵੀ ਸਰਕਾਰ ਦਾ ਉਹੀ ਰਵੱਈਆ ਸੀ। ਸਰਕਾਰ ਕਹੇ ਬਾਰ-ਬਾਰ ਉਸੇ ਗੱਲ ਤੇੜੀ ਹੋਈ ਹੈ ਕਿ ਤੁਸੀਂ ਇਹਦੇ ਸੋਧਾਂ ਕਰਾ ਲਓ, ਜੋ ਚਾਹੋ ਕਰਵਾ ਲਓ, ਅਸੀਂ ਕਰਨ ਨੂੰ ਤਿਆਰ ਹਾਂ। ਪਰ ਅਸੀਂ ਕਹਿ ਰਹੇ ਹਾਂ ਵੀ ਜਦੋਂ ਤੁਸੀਂ ਸਾਰੇ ਕਾਨੂੰਨਾਂ ਦੇ ਵਿੱਚ ਸਾਰੀ ਸੋਧ ਕਰਨ ਨੂੰ ਤਿਆਰ ਹੋ ਤਾਂ ਫਿਰ ਰੀਪੀਲ ਕਰਨ 'ਚ ਕੀ ਮੁਸ਼ਕਲ ਹੈ? ਤੁਹਾਨੂੰ ਕੀ ਜਾਪਦਾ ਵੀ ਇਹ ਕਿਤੇ ਉਹ ਹਉਮੈ ਵਾਲਾ ਮਸਲਾ ਤਾਂ ਨਹੀਂ ਹੋ ਗਿਆ? ਨਹੀਂ, ਹਉਮੈ ਵਾਲਾ ਮਸਲਾ ਨਹੀਂ। ਸਰਕਾਰ ਸਾਨੂੰ ਇਉਂ ਜਾਪ ਰਿਹਾ ਕਿ ਇਹਦਾ ਨਾਂ ਰੱਖ ਕੇ, ਇਹਦਾ ਸਭ ਕੁਝ ਵਜੂਦ ਰੱਖ ਕੇ ਥੋੜੇ ਸਮੇਂ ਬਾਅਦ ਫਿਰ ਜਿਵੇਂ ਹੁਣ ਪਿਛਲੇ ਦਰਵਾਜ਼ੇ ਵਿੱਚ ਦੀ ਇਹ ਸਾਡੇ ਐਗਰੀਕਲਚਰ ਸੈਕਟਰ 'ਚ ਐਡ ਹੋਈ ਹੈ ਜਾਂ ਕੰਜ਼ੰਪਸ਼ਨ ਦੇ ਸੈਕਟਰ 'ਚ ਐਡ ਹੋਈ ਹੈ ਤਾਂ ਉਹ ਦੁਬਾਰਾ ਫਿਰ ਮਤਲਬ ਜਿਹੜਾ ਸਟੇਟ ਦੇ ਜਿਹੜੇ ਇਹ ਅਧਿਕਾਰਾਂ ਦਾ ਹਨਨ ਕਰਕੇ ਦੁਬਾਰਾ ਫਿਰ ਇੰਟਰ ਹੋਣਾ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਦਰਵਾਜ਼ਾ ਹੀ ਬੰਦ ਕੀਤਾ ਜਾਵੇ ਪੱਕੇ ਤੌਰ ਤੇ, ਕਿ ਸਰਕਾਰ ਦੁਬਾਰਾ ਇੰਟਰ ਹੋਵੇ ਹੀ ਨਾ। ਗੇਟ ਹੀ ਬੰਦ ਕਰਨਾ ਚਾਹੁੰਦੇ ਅਸੀਂ। ਇਸ ਕਰਕੇ ਕਹਿੰਦੇ ਵੀ ਰਿਵੀਲ ਕੀਤਾ ਜਾਵੇ, ਜਿਹੜਾ ਸਟੇਟ ਦਾ ਸਬਜੈਕਟ ਹੈ ਸਟੇਟ ਕਰੇ, ਜਿਹੜਾ ਸੈਂਟਰ ਦਾ ਸਬਜੈਕਟ ਹੈ ਸੈਂਟਰ ਕਰੇ। ਪਰ ਜਿਹੜੀ ਸਰਕਾਰ ਦੀ ਨੀਅਤ ਤੇ ਨੀਤੀ ਹੈ ਉਹ ਚਾਹੁੰਦੀ ਹੈ ਕਿ ਪ੍ਰੋਡਿਊਸਰ ਨੂੰ, ਕੰਜ਼ਿਊਮਰ ਨੂੰ ਜਿਹੜਾ ਕਾਰਪੋਰੇਟ ਦੇ ਮਤਲਬ ਜਿਹੜਾ ਬਗਾੜ ਮੂਰੇ ਸਿੱਟ ਕੇ ਉਹਨੂੰ ਹੜੱਪ ਕਰਾ ਦਈਏ, ਜਿਵੇਂ ਆਪਾਂ ਪਿੱਛੇ ਦੇਖ ਰਹੇ। ਜਿਹੜੀ ਗੱਲ ਤੁਹਾਨੂੰ ਸਮਝ ਆ ਗਈ ਕਿ ਇਹ ਸਾਰੇ ਲੋਕਾਂ ਲਈ ਖਤਰਨਾਕ ਹੈ, ਘਾਤਕ ਹੈ, ਆਮ ਲੋਕਾਂ ਲਈ, ਇਸ ਦੇਸ਼ ਦੀ ਆਬਾਦੀ ਲਈ ਘਾਤਕ ਹੈ, ਜਿਹੜੀ ਪ੍ਰੋਕਿਉਰਮੈਂਟ ਜੇ ਪ੍ਰਾਈਵੇਟ ਹੱਥਾਂ 'ਚ ਆ ਗਈ, ਇਸ ਦੇਸ਼ ਦੇ ਲੋਕਾਂ ਨੂੰ ਸਮਝ ਕਦੋਂ ਆਊਗੀ ਕਿ ਕਿਸਾਨ ਤੇ ਆਪਣੀ ਨਹੀਂ ਉਹਨਾਂ ਦੀ ਵੀ ਲੜਾਈ ਲੜਨ ਡਿਆ? ਦੇਖੋ, ਅੱਜ ਜੇ ਅਸੀਂ ਦੇਖੀਏ ਗਰਾਊਂਡ ਤੇ ਤਾਂ ਸਾਡੇ ਨਾਲ ਸਾਰੇ ਲੋਕ ਹੈਗੇ ਨੇ, ਸਾਰੇ ਧਰਮਾਂ ਦੇ ਲੋਕ ਹੋ ਗਏ ਨੇ, ਭਾਵੇਂ ਉਹ ਕੰਜ਼ਿਊਮਰ ਨੇ, ਭਾਵੇਂ ਉਹ ਪ੍ਰੋਡਿਊਸਰ ਨੇ ਤੇ ਭਾਵੇਂ ਉਹ ਪ੍ਰੋਸੈਸਰ ਨੇ। ਦੇਖੋ, ਆੜਤੀਆਂ ਦਾ ਤਾਂ ਇਹਦੇ ਨਾਲ ਕੋਈ ਮਤਲਬ ਨਹੀਂ, ਸੈਲਰ ਵਾਲਿਆਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ, ਹੋਰ ਫੈਕਟਰੀ ਵਾਲਿਆਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ। ਪਰ ਅੱਜ ਉਹ ਸਾਰੇ ਸਾਡੇ ਕੋਲ ਖੜੇ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਐਗਰੀਕਲਚਰ ਦੀ ਇਕਾਨਮੀ ਹੈ ਜਿਹੜੀ ਉਹ ਦੇਸ਼ ਦੀ ਰੀੜ ਦੀ ਹੱਡੀ ਹੈ, ਬੇਸ ਹੈ। ਅਗਰ ਇਹਨੂੰ ਲਾਸ ਮਿਲਦਾ ਤਾਂ ਸਾਰਿਆਂ ਨੂੰ ਲਾਸ ਮਿਲਦਾ ਹੈ। ਹੁਣ ਜਿਹੜਾ ਤੀਸਰਾ ਐਕਟ ਹੈਗਾ ਇਹਨਾਂ ਨੇ ਲਿਆਂਦਾ ਆਪਣਾ ਕੰਜ਼ਿਊਮਰ ਐਕਟ ਜਿਹੜਾ ਹੈਗਾ 1955 ਦੇ ਸੋਧ ਕਰ ਰਹੇ ਨੇ, ਪ੍ਰੋਕਿਉਰਮੈਂਟ ਵਾਲਾ ਨਹੀਂ, ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਦੇ ਐਕਟ ਦੇ ਸੋਧ ਕਰ ਰਹੇ। ਉਹਦੇ 'ਚੋਂ ਸਾਫ਼ ਸਰਕਾਰ ਭੱਜ ਰਹੀ ਹੈ। ਉਹਨਾਂ ਨੂੰ ਦੇ ਰਹੀ ਹੈ, ਕਾਰਪੋਰੇਟ ਵਾਲਿਆਂ ਨੂੰ ਅਧਿਕਾਰ ਦੇ ਰਹੀ ਹੈ ਕਿ ਉਹ ਜਿੰਨਾ ਮਰਜ਼ੀ ਸਟਾਕ ਕਰ ਲੈਣ, ਜਿਸ ਮਰਜ਼ੀ ਰੇਟ ਤੇ ਖਰੀਦ ਲੈਣ, ਜਦੋਂ ਮਰਜ਼ੀ ਜਿਸ ਰੇਟ ਤੇ ਮਰਜ਼ੀ ਵੇਚ ਸਕਣ। ਤੋ ਇਸ ਕਰਕੇ ਮਤਲਬ ਸਿੱਧਾ ਸਰਕਾਰ ਦਾ ਉਹਦੇ 'ਚ ਜਾ ਹੀ ਰਹੀ ਹੈ। ਸਾਰਾ ਮੋਨੋਪੋਲੀ ਉਹਨਾਂ ਨੂੰ, ਅਧਿਕਾਰ ਉਹਨਾਂ ਨੂੰ ਦੇ ਰਹੀ ਹੈ। ਇਹਦਾ ਮਤਲਬ ਸਰਕਾਰ ਤਾਂ ਕਿਤੇ ਸਟੈਂਡ ਕਰਦੀ ਨਹੀਂ। ਜਦੋਂ ਸਰਕਾਰ ਸਟੈਂਡ ਨਹੀਂ ਕਰੂ ਤਾਂ ਅਸੀਂ ਜਿਹੜਾ ਕੁਝ ਪਿੱਛੇ ਦੇਖ ਰਹੇ ਹਾਂ ਐਜੂਕੇਸ਼ਨ ਦੇ, ਹੈਲਥ ਦੇ ਜਾਂ ਹੋਰ ਅਦਾਰਿਆਂ ਦੇ ਸੰਬੰਧ 'ਚ ਦੇਖ ਰਹੇ ਹਾਂ ਤਾਂ ਉੱਥੇ ਲੋਕਾਂ ਦੀ ਕਿੰਨੀ ਲੁੱਟ ਹੋ ਰਹੀ ਹੈ, ਕਿੰਨਾ ਸ਼ੋਸ਼ਣ ਹੋ ਰਿਹਾ, ਕਿੰਨਾ ਵਿੱਦਿਆ ਜਿਵੇਂ ਹੈਗੀ ਹੈ ਤਾਂ ਹੈਲਥ ਜਿਹੜੀ ਇਲਾਜ ਹੈ ਉਹ ਆਮ ਸਧਾਰਨ ਲੋਕਾਂ ਦੇ ਪਹੁੰਚ ਤੋਂ ਬਾਹਰ ਦਾ ਹੋ ਰਿਹਾ। ਲੋਕ ਮਰ ਰਹੇ ਨੇ, ਅਨਪੜ੍ਹਤਾ ਵੱਧ ਰਹੀ ਹੈ। ਇਸ ਕਰਕੇ ਉਹੀ ਸਟੈਪ ਇਹ ਮਤਲਬ ਇਹਨਾਂ ਦਾ ਕਹਿਣਾ ਕਿ ਦੇਸ਼ ਹਿੱਤ ਵਿੱਚ ਨਹੀਂ। ਮੈਂ ਦਲਜੀਤ ਸਿੰਘ ਨਗਾਰਾ, ਟੀਵੀ ਕੈਨੇਡਾ ਦੇ ਲਈ। ਸਰਕਾਰ ਕੁਛ ਕਹਦੇ, ਅਸੀਂ ਕਿਸੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ।